ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਇੱਕ ਨਾਮ ਬਹੁਤ ਚਰਚਾ ਦੇ ਵਿੱਚ ਆਇਆ, ਗੋਲਡੀ ਬਰਾੜ, ਜਿਹਦੇ ਬਾਰੇ ਵਾਲਾ ਕੋਈ ਜਾਣਦੇ ਨਹੀਂ ਸੀ। ਪਰ ਹੁਣ ਮੈਜੋਰਿਟੀ ਆਫ ਇੰਡੀਆ, ਮੈਜੋਰਿਟੀ ਆਫ ਪੰਜਾਬ ਜਾਂ ਸਾਰੇ ਹੀ ਪੰਜਾਬ ਉਸ ਨਾਮ ਨੂੰ ਜਾਣਦਾ ਹੈ। ਪੰਜਾਬ ਪੁਲਿਸ ਦੇ ਰਡਾਰ ਦੇ ਉੱਤੇ ਆ, ਸਰਟਨਲੀ ਬਿਕੋਜ਼ ਫੇਸਬੁੱਕ ਤੇ ਇੱਕ ਪੋਸਟ ਪਾਈ ਗਈ ਸੀ ਜਿਹੜੀ ਗੋਲਡੀ ਬਰਾੜ ਦੀ ਆਈਡੀ ਦੱਸੀ ਜਾਂਦੀ ਹੈ, ਉਹਦੇ ਤੋਂ ਉਹਨੇ ਆਪ ਉਸ ਚੀਜ਼ ਨੂੰ ਐਕਸੈਪਟ ਕੀਤਾ ਸੀ ਕਿ ਉਹਨਾਂ ਵੱਲੋਂ ਕਰਵਾਇਆ ਗਿਆ। ਲਾਰੈਂਸ ਬਿਸ਼ਨੋਈ ਨੂੰ ਮਾਸਟਰਮਾइंड ਪੁਲਿਸ ਵੱਲੋਂ ਡਿਕਲੇਅਰ ਕਰ ਦਿੱਤਾ ਗਿਆ ਕਿ ਉਹਦੇ ਹੀ ਸਾਰੀ ਮਾइंड ਗੇਮ ਸੀ, ਜਿਹੜਾ ਅੱਗੇ ਸਾਰਾ ਕੁਝ ਸਿੱਧੂ ਮੂਸੇਵਾਲੇ ਨਾਲ ਜੋ ਹੋਇਆ। ਹੁਣ ਪੰਜਾਬ ਪੁਲਿਸ ਵੱਲੋਂ ਔਰ ਸੀਬੀਆਈ ਵੱਲੋਂ ਇੱਕ ਬਿਆਨਾਂ ਦੀ ਹੇਰ-ਫੇਰ ਚੱਲ ਰਹੀ ਹੈ। ਪੰਜਾਬ ਪੁਲਿਸ ਕੁਝ ਕਹਿ ਰਹੀ ਹੈ, ਸੀਬੀਆਈ ਕੁਝ ਕਹਿ ਰਹੀ ਹੈ, ਪਰ ਗੋਲਡੀ ਬਰਾੜ ਦੇ ਲਈ ਰੈੱਡ ਕਾਰਨਰ ਨੋਟਿਸ ਜਾਂ ਜਿਹਨੂੰ ਰੈੱਡ ਨੋਟਿਸ ਕਹਿੰਦੇ ਆ, ਉਹ ਜਾਰੀ ਹੋ ਚੁੱਕਾ ਇੰਟਰਪੋਲ ਵੱਲੋਂ। ਪੰਜਾਬ ਦੇ ਦੋ ਜਾਣੇ ਹਰਿੰਦਰ ਸੰਧੂ ਰਿੰਡਾ ਜਿਹਨੂੰ ਕਹਿੰਦੇ ਆ, ਔਰ ਪਲੱਸ ਨਾਲ ਗੋਲਡੀ ਬਰਾੜ ਦਾ ਰੈੱਡ ਨੋਟਿਸ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ। ਅੱਜ ਦੀ ਵੀਡੀਓ 'ਚ ਮੈਂ ਮਨਵੀਰ ਕੌਰ ਆਪਾਂ ਗੱਲ ਕਰਾਂਗੇ ਕਿ ਇਹ ਰੈੱਡ ਕਾਰਨਰ ਨੋਟਿਸ ਜਾਂ ਰੈੱਡ ਨੋਟਿਸ ਜਾਰੀ ਹੋਣ ਦਾ ਮਤਲਬ ਕੀ ਹੋਇਆ, ਕਿ ਕੀ ਗੋਲਡੀ ਬਰਾੜ ਨੂੰ ਅਰੈਸਟ ਕਰਕੇ ਹੁਣ ਕੈਨੇਡਾ ਤੋਂ ਇੱਥੇ ਲੈ ਆਂਦਾ ਜਾਏਗਾ, ਇਹਦੇ ਵਿੱਚ ਪੁਲਿਸ ਨੇ ਦੇਰੀ ਕਿਉਂ ਕੀਤੀ, ਔਰ ਪੰਜਾਬ ਪੁਲਿਸ ਔਰ ਸੀਬੀਆਈ ਦੇ ਬਿਆਨ ਆਪਸ ਦੇ ਵਿੱਚ ਮੈਚ ਕਿਉਂ ਨਹੀਂ ਕਰਦੇ, ਉਹਨਾਂ ਦੀਆਂ ਸਟੇਟਮੈਂਟਸ ਇੱਕ ਦੂਜੇ ਦੇ ਵਿਰੁੱਧ ਕਿਉਂ ਨੇ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਰੈੱਡ ਨੋਟਿਸ ਦੇ ਉੱਤੇ। ਰੈੱਡ ਨੋਟਿਸ ਆਪਣੀ ਇੱਕ ਤਾਂ ਆਪਣੀ ਪੰਜਾਬ ਦੀ ਪੁਲਿਸ ਹੋ ਜਾਂਦੀ ਹੈ, ਇੱਕ ਆਪਣੀ ਦਿੱਲੀ ਦੀ ਪੁਲਿਸ ਆ, ਹਰ ਇੱਕ ਸਟੇਟ ਦੀ ਪੁਲਿਸ, ਔਰ ਇੱਕ ਆਪਣੀ ਪੂਰੀ ਨੈਸ਼ਨਲ ਪੁਲਿਸ ਜਿਹਨੂੰ ਆਪਾਂ ਇੱਕ ਤਰ੍ਹਾਂ ਸੀਬੀਆਈ ਕਹਿ ਦਿੰਦੇ ਹਾਂ, ਜਾਂ ਆਪਣੀ ਜਿਹੜੀ ਸੈਂਟਰਲ ਰਿਜ਼ਰਵ ਪੁਲਿਸ ਫੋਰਸ, ਐਵੇਂ ਅਲੱਗ-ਅਲੱਗ ਤਰ੍ਹਾਂ ਦੀਆਂ ਫੋਰਸਾਂ ਆਪਣੇ ਕੋਲ ਹੈਗੀਆਂ। ਇਸੇ ਤਰ੍ਹਾਂ ਇੱਕ ਫੋਰਸ ਹੈ ਜਿਹੜੀ ਹੈਗੀ ਆ ਇੰਟਰਨੈਸ਼ਨਲ ਪੁਲਿਸ, ਜਿਹਨੂੰ ਇੰਟਰਪੋਲ ਕਹਿੰਦੇ ਆ। ਕੁਝ ਦੇਸ਼ ਨੇ 192 ਦੇ ਕਰੀਬ ਦੇਸ਼ ਨੇ ਜਿਹੜੇ ਆਪਸ ਦੇ ਵਿੱਚ ਮੈਂਬਰ ਬਣੇ ਹੋਏ ਨੇ, ਉਹਨਾਂ ਨੇ ਇੱਕ ਇੰਟਰਪੋਲ ਜਿਹੜੀ ਆ ਉਹ ਕ੍ਰੀਏਟ ਕੀਤੀ ਹੋਈ ਆ। ਫਰਾਂਸ 'ਚ ਉਹਦਾ ਹੈੱਡਕੁਆਟਰ ਹੈ। ਮਤਲਬ ਕਿ ਅਗਰ ਬਾਈ ਚਾਂਸ ਇੰਡੀਆ ਦੇ ਵਿੱਚ ਕੋਈ ਕ੍ਰਾਈਮ ਹੋਇਆ ਤਾਂ ਉਹ ਜਿਹੜਾ ਕ੍ਰਿਮੀਨਲ ਹੈ, ਅਗਰ ਆਪਾਂ ਨੂੰ ਲੱਗਦਾ ਹੈ, ਪੁਲਿਸ ਨੂੰ ਲੱਗਦਾ ਹੈ ਕਿ ਉਹ ਕਿਸੇ ਹੋਰ ਕੰਟਰੀ ਦੇ ਵਿੱਚ ਆ, ਤਾਂ ਉੱਥੇ ਜਾ ਕੇ ਵੀ ਉਹ ਇੱਦਾਂ ਦਾ ਕੁਝ ਕਰ ਸਕਦਾ। ਸੋ ਇੱਕ ਇਹ ਜਾਣਕਾਰੀ ਦੇਣ ਦੇ ਲਈ, ਇਨਫੋਰਮੇਸ਼ਨ ਕਮਿਊਨੀਕੇਸ਼ਨ ਦੇ ਲਈ ਇੰਟਰਪੋਲ ਜਿਹੜੀ ਆ ਉਹ ਇਹ ਸਾਰੇ ਦੇਸ਼ ਜਿੰਨੇ ਮੈਂਬਰ ਨੇ ਉਹਦੇ ਵਿੱਚ ਮਦਦਗਾਰ ਹੁੰਦੀ ਹੈ। ਅਗਰ ਹੁਣ ਆਪਾਂ ਇਹ ਕਹੀਏ ਕਿ ਇੰਟਰਪੋਲ ਦੇ ਵਿੱਚ ਅਗਰ ਰੈੱਡ ਨੋਟਿਸ ਗੋਲਡੀ ਬਰਾੜ ਦਾ ਚਲਾ ਗਿਆ ਤਾਂ ਇਹਦਾ ਮਤਲਬ ਕਿ ਹੁਣ ਉਹਨੂੰ ਅਰੈਸਟ ਕਰ ਲਿਆ ਜਾਏਗਾ, ਉਹਦੀ ਅਰੈਸਟ ਪੱਕੀ ਹੈ ਔਰ ਉਹਨੂੰ ਇੰਡੀਆ ਲੈ ਆਂਦਾ ਜਾਏਗਾ, ਤਾਂ ਇਹ ਗੱਲ ਬਿਲਕੁਲ ਸਹੀ ਨਹੀਂ ਹੋਏਗੀ ਹਜੇ ਕਹਿਣੀ। ਇਹ ਪਹਿਲੀ ਵਾਰ ਨਹੀਂ ਕਿ ਰੈੱਡ ਨੋਟਿਸ ਜਾਰੀ ਹੋਇਆ, ਇਸ ਤੋਂ ਪਹਿਲਾਂ ਵੀ ਕਈ ਹੋਏ ਨੇ। ਪੰਜਾਬ ਦੇ ਵਿੱਚ ਬਹੁਤ ਵੱਡਾ ਡਰੱਗ ਰੈਕਟ ਹੋਇਆ 6000 ਕਰੋੜ ਦਾ 2012, 13, 15 ਦੇ ਵਿੱਚ, ਜਗਦੀਸ਼ ਭੋਲੇਵਾਲਾ, ਉਹਦੇ ਵਿੱਚ ਵੀ 11 ਜਾਣਿਆਂ ਦੇ ਲਈ ਰੈੱਡ ਨੋਟਿਸ ਜਿਹੜਾ ਆ ਉਦੋਂ ਤੋਂ ਹੀ ਜਾਰੀ ਕੀਤਾ ਹੋਇਆ, 2015 ਤੋਂ। ਮੈਨੂੰ ਨਹੀਂ ਲੱਗਦਾ ਉਹਨਾਂ 'ਚੋਂ ਕਿਸੇ ਦੀ ਅਰੈਸਟ ਹੋਈ ਹੈ। ਇਸ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ PNB ਦਾ ਜਿਹੜਾ ਸਕੈਮ ਕੀਤਾ ਸੀ ਨਰਾਵ ਮੋਦੀ ਐਂਡ ਇੱਕ ਹੋਰ ਮੁੰਡਾ ਸੀ, ਇੱਕ ਹੋਰ ਬੰਦਾ ਸੀ ਚੌਸਕੀ ਵੱਲੋਂ, 13,000 ਤੋਂ ਉੱਪਰ ਦਾ ਫਰਾਡ ਸੀ ਉਹਨਾਂ ਦਾ, 13,000 ਕਰੋੜ ਤੋਂ ਉੱਪਰ ਦਾ ਫਰਾਡ ਸੀ। ਉਹਨਾਂ 'ਤੇ ਵੀ ਇਹ ਨੋਟਿਸ ਜਾਰੀ ਹੋਇਆ ਸੀ, ਪਰ ਉਹਨਾਂ ਦੇ ਵਿੱਚੋਂ ਚੌਸਕੀ ਨੂੰ ਤਾਂ ਲੈ ਆਂਦਾ ਗਿਆ, ਬਟ ਨਿਰਾਵ ਮੋਦੀ ਹਜੇ ਵੀ ਮੈਨੂੰ ਲੱਗਦਾ ਉਹਦਾ UK ਦੇ ਵਿੱਚ ਹੀ ਕੇਸ ਚੱਲ ਰਿਹਾ, ਉਹ ਇੰਡੀਆ ਦੇ ਵਿੱਚ ਨਹੀਂ ਆਇਆ ਹੈ। ਇਸੇ ਤਰ੍ਹਾਂ ਹੋਰ ਜਿਹੜੇ ਵੱਡੇ ਕ੍ਰਿਮੀਨਲ ਹੁੰਦੇ ਨੇ ਜਿਵੇਂ ਦਾਊਦ ਇਬਰਾਹਿਮ, ਉਹਨਾਂ 'ਤੇ ਵੀ ਇਹ ਨੋਟਿਸ ਚੱਲੇ ਆ। ਇਹ ਮੈਂ ਉਹ ਨੰਬਰ ਦੱਸ ਰਹੀ ਹਾਂ ਜਿਹੜੇ ਅਰੈਸਟ ਨਹੀਂ ਹੋਏ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਦੇ ਬਾਵਜੂਦ ਵੀ। ਮੈਂ ਇੱਕ ਥੋੜ੍ਹਾ ਜਿਹਾ ਡਾਟਾ ਪਹਿਲਾਂ ਤੁਹਾਨੂੰ ਦੇ ਦਾਂ ਤਾਂ ਕਿ ਤੁਹਾਡੇ ਦਿਮਾਗ 'ਚ ਕਿਤੇ ਇਹ ਵਾਲੀ ਸਰਟੇਨਿਟੀ ਜਾਂ ਇਹ ਕਨਫਿਊਜ਼ਨ ਨਾ ਰਹਿ ਜਾਵੇ ਵੀ ਰੈੱਡ ਨੋਟਿਸ ਦਾ ਮਤਲਬ ਕਿ ਉਹਦੀ ਅਰੈਸਟ ਪੱਕੀ ਹੈ। ਪੰਜਾਬ ਦਾ, ਪੂਰੇ ਇੰਡੀਆ ਦਾ ਅਗਰ ਆਪਾਂ ਡਾਟਾ ਦੇਖੀਏ ਤਾਂ ਪੂਰੇ ਇੰਡੀਆ ਦੇ ਵਿੱਚ ਜਿੰਨੇ ਵੀ ਜਿਹੜੇ ਰੈੱਡ ਨੋਟਿਸ ਜਿਹੜੇ ਜਾਰੀ ਕੀਤੇ ਗਏ ਆ ਇੰਡੀਆ ਵੱਲੋਂ, ਇੰਟਰਪੋਲ ਨੂੰ ਦੱਸਿਆ ਗਿਆ, ਇੰਟਰਪੋਲ ਨੇ ਫਰਦਰ ਜਿਹੜੇ ਆ ਉਹਨਾਂ ਨੂੰ ਜਾਰੀ ਕੀਤਾ, ਔਰ ਇੰਡੀਆ ਦੀ CBI ਜਿਹੜੀ ਆ ਉਹ ਫਰਦਰ ਇੰਟਰਪੋਲ ਨੂੰ ਜਾਣਕਾਰੀ ਦਿੰਦੀ ਹੈ ਚਾਰਜ ਸ਼ੀਟ ਦੇ ਬਿਹਾਫ ਦੇ ਉੱਤੇ। ਕੋਰਟ ਦੇ ਕਹਿਣ ਦੇ ਵਿੱਚ ਕੀ ਆਇਆ, ਕੋਰਟ 'ਚ ਕੀ ਪੇਸ਼ ਕੀਤਾ ਗਿਆ, ਉਹਦੇ ਅਕੋਰਡਿੰਗਲੀ ਪ੍ਰੂਫ ਲਗਾ ਕੇ ਇੱਕ ਤਰ੍ਹਾਂ ਦੇ ਨਾਲ ਇੰਟਰਪੋਲ ਜਿਹੜੀ ਉਹ ਡਿਸਾਈਡ ਕਰਦੀ ਹੈ ਔਰ ਪਬਲਿਸ਼ ਕਰਦੀ ਹੈ ਉਸ ਨੋਟਿਸ ਨੂੰ। ਅਗਰ ਆਪਾਂ ਪੂਰੇ ਭਾਰਤ ਦੀ ਗੱਲ ਕਰੀਏ ਕਿ ਕਿੰਨੇ ਰੈੱਡ ਨੋਟਿਸ ਜਿਹੜੇ ਉਹ ਜਾਰੀ ਹੋਏ ਨੇ ਔਰ ਕਿੰਨੇ ਲੋਕਾਂ ਦੀ ਅਰੈਸਟ ਭਾਰਤ ਕਰ ਪਾਇਆ ਹੈ, ਤਾਂ ਉਹ ਜਿਹੜਾ ਡਾਟਾ ਹੈ ਉਹਦੇ ਵਿੱਚ ਨੰਬਰ ਬਹੁਤ ਘੱਟ ਹੈ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਰੈੱਡ ਨੋਟਿਸ ਜਾਰੀ ਹੋਣ ਤੋਂ ਬਾਅਦ ਇੰਡੀਆ ਅਰੈਸਟ ਕਰਨ ਦੇ ਵਿੱਚ ਜਾਂ ਐਕਸਟ੍ਰਾਡਿਟ ਕਰਨ ਦੇ ਵਿੱਚ ਕਾਮਯਾਬ ਹੋਇਆ। ਖੈਰ ਜਿੰਨਾ ਵੀ ਨੰਬਰ ਆ ਬਹੁਤ ਵਧੀਆ ਗੱਲ ਹੈ ਇੰਡੀਆ ਦੇ ਲਈ, ਖੈਰ ਰਾਦਰ ਪੂਰੇ ਵਰਲਡ ਦੇ ਲਈ, ਬਟ ਇਹ ਨੰਬਰ ਬਹੁਤ ਘੱਟ ਹੈ। 2016 ਦੇ ਵਿੱਚ 91 ਇੱਦਾਂ ਦੇ ਨੋਟਿਸ ਜਿਹੜੇ ਆ ਇੰਡੀਆ ਵੱਲੋਂ ਇੰਟਰਪੋਲ ਨੂੰ ਭੇਜੇ ਗਏ ਸੀ, ਔਰ ਉਹਦੇ ਵਿੱਚੋਂ ਸਿਰਫ ਔਰ ਸਿਰਫ 30 ਜਾਂ 31 ਲੋਕਾਂ ਨੂੰ ਹੀ ਇੰਡੀਆ ਅਰੈਸਟ ਕਰਨ ਦੇ ਵਿੱਚ ਜਾਂ ਐਕਸਟ੍ਰਾਡਿਟ ਕਰਨ ਦੇ ਵਿੱਚ ਕਾਮਯਾਬ ਹੋਇਆ। ਹੁਣ ਇਹ ਜਿਹੜਾ ਨੰਬਰ ਆ 31, ਇਹ ਨਹੀਂ ਹੈ ਕਿ ਇਹ 31 ਦੇ 31 ਅਰੈਸਟ ਹੋ ਕੇ ਇੰਡੀਆ ਆ ਗਏ। ਇਹ ਅਰੈਸਟ ਹੋਏ ਨੇ ਚਾਹੇ ਫੋਰਨ ਕੰਟਰੀਜ਼ ਦੇ ਵਿੱਚ, ਚਾਹੇ ਕੁਝ ਇੰਡੀਆ ਨੂੰ ਲੈ ਆਂਦੇ ਗਏ। ਅਗਰ ਆਪਾਂ 2018 ਦੀ ਗੱਲ ਕਰੀਏ ਤਾਂ 2018 ਦੇ ਵਿੱਚ 123 ਤੋਂ ਵੱਧ ਇੱਦਾਂ ਦੇ ਕੇਸਿਸ ਸੀ ਜਿਹੜੇ ਇੰਟਰਪੋਲ ਦੇ ਕੋਲ ਭੇਜੇ ਇੰਡੀਆ ਨੇ ਕਿ ਇਹਨਾਂ ਲੋਕਾਂ ਦੀ, ਇਹਨਾਂ ਫਿਊਜੀਟਿਵ ਕ੍ਰਿਮੀਨਲਸ ਦੀ ਜ਼ਰੂਰਤ ਹੈ, ਪਰ ਉਹਦੇ ਵਿੱਚੋਂ ਸਿਰਫ ਔਰ ਸਿਰਫ 24 ਲੋਕਾਂ ਨੂੰ ਹੀ ਅਰੈਸਟ ਕਰਨ ਦੇ ਵਿੱਚ ਜਾਂ ਉਹਨਾਂ ਨੂੰ ਇੰਡੀਆ ਭੇਜਣ ਦੇ ਵਿੱਚ ਇੰਟਰਪੋਲ
ਕਾਮਯਾਬ ਹੋਇਆ। ਇਸੇ ਤਰ੍ਹਾਂ 2019 ਦੇ ਵਿੱਚ ਵੀ ਇਹ ਨੰਬਰ ਬਹੁਤ ਘੱਟ ਜਾਂਦਾ। 2020 ਦਾ ਡਾਟਾ ਅਵੇਲੇਬਲ ਨਹੀਂ ਸੀ, 2021 ਦਾ ਵੀ ਡਾਟਾ ਅਵੇਲੇਬਲ ਨਹੀਂ ਸੀ। ਇਹ ਜਿਹੜਾ ਨੰਬਰ ਸੀ ਇਹ ਰਾਜ ਸਭਾ ਦੇ ਵਿੱਚ ਆਪਣੇ ਮਿਨਿਸਟਰ ਸਾਹਿਬ ਵੱਲੋਂ ਦਿੱਤਾ ਗਿਆ ਸੀ। ਮੈਂ ਉਹੀ ਤੁਹਾਡੇ ਨਾਲ ਇੱਥੇ ਸ਼ੇਅਰ ਕਰ ਰਹੀ ਹਾਂ। ਹੁਣ ਅਗਰ ਆਪਾਂ ਗੱਲ ਕਰੀਏ ਕਿ ਰੈੱਡ ਨੋਟਿਸ ਜਿਹੜਾ ਆ ਉਹ ਭੇਜਿਆ ਗਿਆ, ਗੋਲਡੀ ਬਰਾੜ ਨੂੰ ਭੇਜ ਦਿੱਤਾ ਗਿਆ, ਰਿੰਡਾ ਸੰਧੂ ਨੂੰ ਭੇਜ ਦਿੱਤਾ ਗਿਆ, ਤਾਂ ਕੀ ਇਹਦਾ ਮਤਲਬ ਕਿ ਅਰੈਸਟ ਵਾਰੰਟ ਸੀ, ਉਹਨਾਂ ਨੂੰ ਹੁਣ ਅਰੈਸਟ ਕਰ ਲਿਆ ਜਾਏਗਾ? ਤਾਂ ਨਹੀਂ, ਇਹ ਬਿਲਕੁਲ ਵੀ ਅਰੈਸਟ ਵਾਰੰਟ ਨਹੀਂ ਸੀ। ਇਹ ਸਿਰਫ ਇੱਕ ਨੋਟਿਸ ਉਹ ਹੁੰਦਾ ਜਿਹਦੇ ਨਾਲ ਦੂਸਰੀਆਂ ਮੈਂਬਰ ਕੰਟਰੀਜ਼ ਨੂੰ ਵੀ, ਜਿਹੜੀਆਂ ਇੰਟਰਪੋਲ ਦੀਆਂ ਮੈਂਬਰਸ ਨੇ, ਉਹਨਾਂ ਨੂੰ ਵੀ ਇੱਕ ਤਰ੍ਹਾਂ ਨਾਲ ਅਵੇਅਰ ਕਰਨ ਦਾ ਕਿ ਇਹ ਲੋਕ ਸਾਡੇ ਵਾਂਟਡ ਲੋਕ ਨੇ, ਵਾਂਟਡ ਫਿਊਜੀਟਿਵ ਕ੍ਰਿਮੀਨਲਸ ਨੇ। ਸੋ ਇੱਕ ਇਨਫੋਰਮੇਸ਼ਨ ਦਾ ਲੈਣ ਦੇਣ ਆ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ ਹੈ। ਹੁਣ ਇਹਦੇ ਵਿੱਚ ਕਾਇਦੇ ਦੇ ਮੁਤਾਬਿਕ ਇੰਟਰਪੋਲ ਦੇ ਰੂਲਸ ਕਹਿੰਦੇ ਆ ਕਿ ਇਹਦੇ ਵਿੱਚ ਅਰੈਸਟ ਉਸ ਜਿਹੜੇ ਦੇਸ਼ ਦੇ ਵਿੱਚ ਉਹ ਬੰਦਾ ਰਹਿੰਦਾ ਹੈ, ਜਿਵੇਂ ਹੁਣ ਇਸ ਟਾਈਮ ਗੋਲਡੀ ਬਰਾੜ ਦਾ ਦੱਸਿਆ ਜਾ ਰਿਹਾ ਉਹ ਕੈਨੇਡਾ ਦੇ ਵਿੱਚ ਰਹਿੰਦਾ, ਤਾਂ ਉਹ ਕੈਨੇਡਾ ਦੀ ਗਵਰਨਮੈਂਟ ਡਿਸਾਈਡ ਕਰੇਗੀ ਕਿ ਵੈਦਰ ਉਹਨੂੰ ਅਰੈਸਟ ਕਰਨਾ ਹੈ ਕਿ ਨਹੀਂ ਕਰਨਾ। ਸੋ ਇਟ ਇਜ਼ ਨਾਟ ਅ ਅਰੈਸਟ ਵਾਰੰਟ ਕਿ ਅਗਰ ਇੰਟਰਪੋਲ ਵੱਲੋਂ ਇਸ਼ੂ ਕਰ ਦਿੱਤਾ ਗਿਆ ਤਾਂ ਜਿੱਥੇ ਵੀ ਬੰਦਾ ਦਿਖੇਗਾ ਉਹਨੂੰ ਨੈਬ ਕਰ ਲਿਆ ਜਾਏਗਾ। ਇਹਦੇ ਵਿੱਚ ਸਿਰਫ ਔਰ ਸਿਰਫ ਅੱਗੇ ਜਿਸ ਦੇਸ਼ ਦੇ ਵਿੱਚ ਉਹ ਹੈਗਾ ਉਹ ਦੇਸ਼ ਦਾ ਲੀਗਲ ਸਿਸਟਮ ਜਿਹੜਾ ਆ, ਉਹਦੇ ਜਿਹੜੇ ਰੂਲਸ ਹੈ ਉਹ ਤੈਅ ਕਰਨਗੇ ਕਿ ਕੀ ਉਹਨੂੰ ਅਰੈਸਟ ਕਰਨਾ ਹੈ ਕਿ ਪੁੱਛਤਾਛ ਕਰਕੇ ਛੱਡ ਦੇਣਾ ਹੈ ਜਾਂ ਅੱਗੇ ਦਾ ਕੀ ਸਿਸਟਮ ਹੋਏਗਾ। ਅਗਰ ਇੰਟਰਪੋਲ ਦੇ ਇਸ ਨੋਟਿਸ ਦੇ ਉੱਤੇ ਉਸ ਫਿਊਜੀਟਿਵ ਕ੍ਰਿਮੀਨਲ ਨੂੰ ਉਸੇ ਦੇਸ਼ ਦੇ ਵਿੱਚ ਅਰੈਸਟ ਕਰ ਵੀ ਲਿਆ ਜਾਵੇ ਤਾਂ ਇਹਦਾ ਮਤਲਬ ਇਹ ਹਰਗਿਜ਼ ਨਹੀਂ ਹੁੰਦਾ ਕਿ ਉਹਨੂੰ ਇੰਡੀਆ ਨੂੰ ਡਿਪੋਰਟ ਕਰ ਦਿੱਤਾ ਜਾਏਗਾ ਨਾਲ ਦੀ ਨਾਲ ਹੀ। ਉਹ ਡਿਪੋਰਟ ਕਰਨਾ ਇੱਕ ਅਲੱਗ ਪ੍ਰੋਸੀਜਰ ਹੈ। ਅਗਰ ਇੰਡੀਅਨ ਗਵਰਨਮੈਂਟ ਚਾਹਵੇ ਕਿ ਤੁਸੀਂ ਜੋ ਅਰੈਸਟ ਕੀਤਾ ਬੰਦਾ ਇਹ ਸਾਨੂੰ ਇੰਡੀਆ ਦਿਓ, ਤਾਂ ਉਹਦੇ ਲਈ ਇੱਕ ਅਲੱਗ ਲੀਗਲ ਪ੍ਰੋਸੈਸ ਜਿਹੜਾ ਆ ਉਹ ਇੰਡੀਅਨ ਗਵਰਨਮੈਂਟ ਨੂੰ, ਇੰਡੀਅਨ ਏਜੰਸੀਜ਼ ਨੂੰ ਫੋਲੋ ਕਰਨਾ ਪਏਗਾ ਐਕਸਟ੍ਰਾਡੀਸ਼ਨ ਦੇ ਲਈ। ਐਦਾਂ ਨਹੀਂ ਹੈ ਕਿ ਉਹਨਾਂ ਨੇ ਅਰੈਸਟ ਕਰਕੇ ਤਰਸ ਦੇ ਆਧਾਰ ਤੇ ਇੰਡੀਆ ਨੂੰ ਦਿੱਤਾ ਕਿ ਇਹ ਤਾਂ ਤੁਹਾਡਾ ਫਿਊਜੀਟਿਵ ਕ੍ਰਿਮੀਨਲ ਆ, ਤੁਸੀਂ ਇਹਨੂੰ ਰੱਖੋ। ਸੋ ਉਸ ਕੰਟਰੀ ਦਾ ਜਿਹੜਾ ਲੀਗਲ ਉੱਥੋਂ ਦਾ ਪ੍ਰੋਸੀਜਰ ਨੇ, ਉੱਥੋਂ ਦੇ ਲਾਅ ਨੇ, ਕਾਨੂੰਨ ਨੇ, ਉਹ ਬਹੁਤ ਮੈਟਰ ਕਰਦੇ ਆ। ਹੁਣ ਇੱਥੇ ਇੱਕ ਚੀਜ਼ ਹੋਰ ਖਾਸ ਹੈ, ਉਹ ਇਹ ਚੀਜ਼ ਹੈ ਕਿ ਡਿਪਲੋਮੈਟਿਕ ਰਿਲੇਸ਼ਨਸ਼ਿਪਸ, ਆਪਣੀ ਕੂਟਨੀਤੀ ਕਿੱਦਾਂ ਦੀ ਆ ਭਾਰਤ ਸਰਕਾਰ ਦੀ ਉਸ ਦੇਸ਼ ਦੇ ਨਾਲ ਜਿਸ ਦੇਸ਼ ਦੇ ਵਿੱਚ ਕੋਈ ਵੀ ਫਿਊਜੀਟਿਵ ਕ੍ਰਿਮੀਨਲ ਜਿਹਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਹੋਵੇ, ਅਗਰ ਉਹ ਫੜਿਆ ਜਾਂਦਾ ਤਾਂ ਉਸ ਦੇਸ਼ ਦੇ ਨਾਲ ਭਾਰਤ ਦੇ ਡਿਪਲੋਮੈਟਿਕ ਰਿਸ਼ਤੇ ਕਿਹੋ ਜਿਹੇ ਆ। ਜਿਹੜਾ ਵੀ ਦੇਸ਼ ਜਿਵੇਂ ਭਾਰਤ ਹੋਵੇ ਜਾਂ ਕੋਈ ਵੀ ਦੇਸ਼ ਜਿਹੜਾ ਜਿੰਨੀ ਸਟਰੋਂਗ ਇਕੋਨਮੀ ਹੋਏਗਾ, ਜਿੰਨੀ ਸਟਰੋਂਗ ਇਨਫਲੂਐਂਸ ਰੱਖਦਾ ਹੋਏਗਾ ਉਸ ਦੇਸ਼ ਦੇ ਉੱਤੇ, ਜਿੰਨੇ ਮਜ਼ਬੂਤ ਉਹਦੇ ਕੂਟਨੀਤਿਕ ਰਿਸ਼ਤੇ ਉਸ ਦੇਸ਼ ਨਾਲ ਹੋਣਗੇ, ਓਨੀ ਈਜ਼ੀਲੀ ਹੀ, ਓਨੀ ਸਕਸੈਸਫੁਲੀ ਹੀ ਇਹ ਫਿਊਜੀਟਿਵ ਕ੍ਰਿਮੀਨਲਸ ਨੂੰ ਜਿਹੜੇ ਮੋਸਟ ਵਾਂਟਡ ਹੋਣਗੇ ਉਹਨਾਂ ਨੂੰ ਉੱਥੋਂ ਅਰੈਸਟ ਕਰਵਾਇਆ ਜਾ ਸਕਦਾ ਔਰ ਐਕਸਟ੍ਰਾਡਾਈਟ ਕਰਕੇ ਇੰਡੀਆ ਲਿਆਇਆ ਜਾ ਸਕਦਾ। ਸੋ ਇਹਦੇ ਵਿੱਚ ਇਕੱਲਾ ਰੈੱਡ ਨੋਟਿਸ ਜਾਰੀ ਕਰਨ ਦੇ ਨਾਲ ਗੱਲ ਨਹੀਂ ਬਣਦੀ। ਮੈਨੂੰ ਨਹੀਂ ਲੱਗਦਾ ਇਹਦੇ ਵਿੱਚ, ਜੋ ਮੈਂ ਸਟੱਡੀ ਕਰ ਪਾਈ ਹਾਂ, ਇਹਦੇ ਵਿੱਚ ਜਿਹੜੀ ਭਾਰਤ ਦੀ ਡਿਪਲੋਮੇਸੀ ਆ ਉਹਦਾ ਬਹੁਤ ਸਟਰੋਂਗ ਢੰਗ ਦੇ ਨਾਲ ਇਹ ਸਟੈਂਡ ਲੈਣਾ ਜਿਸ ਵੀ ਕੰਟਰੀ ਦੇ ਵਿੱਚ ਇਹ ਕ੍ਰਿਮੀਨਲ ਬੈਠੇ ਹੋਣ ਕਿ ਸਾਨੂੰ ਇਹ ਬੰਦੇ ਐਟ ਐਨੀ ਕੋਸਟ ਚਾਹੀਦੇ ਹੀ ਚਾਹੀਦੇ ਆ, ਜਾਂ ਇੱਕ ਬਹੁਤ ਹੀ ਇੱਕ ਕੂਟਨੀਤੀ ਦੇ ਨਾਲ ਅੱਗੇ ਵਧਣਾ, ਇੱਕ ਗੁੱਡ ਇਮੇਜ ਦੇ ਵਿੱਚ ਔਰ ਗੁੱਡ ਰਿਸ਼ਤਿਆਂ ਦੇ ਵਿੱਚ, ਤਾਂ ਹੀ ਇਹ ਜਿਹੜੇ ਕ੍ਰਿਮੀਨਲਸ ਆ ਇਹਨਾਂ ਨੂੰ ਛੇਤੀ ਤੋਂ ਛੇਤੀ ਇੱਥੇ ਲਿਆ ਕੇ ਜਾਂਚ ਜਿਹੜੀ ਆ ਕਿਸੇ ਵੀ ਮਰਡਰ ਕੇਸ ਜਾਂ ਜਿਨ੍ਹਾਂ ਵੀ ਕੇਸਾਂ 'ਚ ਇਨਵੋਲਵਡ ਆ ਉਹਨਾਂ ਦੀ ਜਾਂਚ ਪੜਤਾਲ ਕੀਤੀ ਜਾ ਸਕਦੀ ਆ। ਸੋ ਕੱਲਾ ਰੈੱਡ ਕਾਰਨਰ ਨੋਟਿਸ ਨਹੀਂ, ਜਿਹੜੇ ਡਿਪਲੋਮੈਟਿਕ ਰਿਸ਼ਤੇ ਆ, ਦੇਸ਼ ਦੀ ਛਵੀ ਕੀ ਹੈ, ਜੇਕਰ ਮੰਨ ਲਓ ਕੈਨੇਡਾ ਦੇ ਵਿੱਚੋਂ ਗੋਲਡੀ ਬਰਾੜ ਨੂੰ ਲੈ ਕੇ ਆਉਣਾ ਤਾਂ ਰੈੱਡ ਕਾਰਨਰ ਨੋਟਿਸ ਮਾਈਟ ਨਾਟ ਬੀ ਸਫੀਸ਼ੀਐਂਟ। ਇਹਦੇ ਲਈ ਇੰਡੀਆ ਦੇ ਜਿਹੜੇ ਡਿਪਲੋਮੈਟਿਕ ਰਿਲੇਸ਼ਨ ਕੈਨੇਡਾ ਦੀ ਗਵਰਨਮੈਂਟ ਦੇ ਨਾਲ ਹੋਣਗੇ ਉਹ ਬਹੁਤ ਜ਼ਰੂਰੀ ਹੈ। ਉੱਥੋਂ ਜਿੰਨੇ ਮਜ਼ਬੂਤ ਡਿਪਲੋਮੈਟਿਕ ਰਿਸ਼ਤੇ ਹੋਣਗੇ ਉਨੀ ਹੀ ਸਕਸੈਸਫੁਲੀ ਆਪਾਂ ਆਪਣੇ ਕ੍ਰਿਮੀਨਲਸ ਨੂੰ ਜਿੰਨੇ ਵੀ ਕੈਨੇਡਾ ਦੇ ਵਿੱਚ ਬੈਠੇ ਹੋਣ ਉਹਨਾਂ ਨੂੰ ਉੱਥੋਂ ਅਰੈਸਟ ਕਰਵਾ ਕੇ, ਡਿਪੋਰਟ ਕਰਵਾ ਕੇ ਜਾਂ ਐਕਸਟ੍ਰਾਡਾਈਟ ਕਰਕੇ ਲਿਆ ਸਕਦੇ ਹਾਂ। ਰੈੱਡ ਨੋਟਿਸ ਜਦੋਂ ਇੰਟਰਪੋਲ ਵੱਲੋਂ ਜਾਰੀ ਹੁੰਦਾ ਤਾਂ ਉਹਦੀ ਇੱਕ ਮੇਨ ਸ਼ਰਤ ਇਹ ਹੈ ਕਿ ਜਿਹੜਾ ਆਪਣੇ ਇੰਡੀਆ ਦੇ ਵਿੱਚ ਕੇਸ ਚੱਲ ਰਿਹਾ ਹੋਵੇ, ਅਗਰ ਮੰਨ ਲਓ ਕੋਈ ਗੋਲਡੀ ਬਰਾੜ ਹੈ, ਗੋਲਡੀ ਬਰਾੜ ਤੇ ਜਿਹੜਾ ਕੇਸ ਚੱਲ ਰਿਹਾ ਹੋਵੇ ਉਹਦੀ ਚਾਰਜ ਸ਼ੀਟ ਪੁਲਿਸ ਵੱਲੋਂ ਕੋਰਟ ਦੇ ਵਿੱਚ ਦਾਇਰ ਹੋ ਚੁੱਕੀ ਹੋਣੀ ਚਾਹੀਦੀ ਹੈ। ਸੋ ਜਿਹੜਾ ਗੋਲਡੀ ਬਰਾੜ ਆ ਉਹਨੂੰ ਇਸ ਟਾਈਮ ਇਹ ਜਿਹੜਾ ਨੋਟਿਸ ਕੱਢਿਆ ਗਿਆ ਇਹ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ, ਉਹਦੇ ਮਰਡਰ ਕੇਸ ਦੇ ਵਿੱਚ ਨਹੀਂ ਕੱਢਿਆ ਗਿਆ। ਉਹਦੇ ਕੁਝ ਪੁਰਾਣੇ ਕੇਸ ਸੀਗੇ ਜਿਹੜੇ ਦਸੰਬਰ 2020 ਜਾਂ ਨਵੰਬਰ 2020 ਜਾਂ ਜਨਵਰੀ 2021 ਜਾਂ ਸ਼ੁਰੂਆਤ ਵਾਲੇ ਜਿਹੜਾ 2021 ਦੇ ਕੁਝ ਮਹੀਨੇ ਸੀ ਉਹਦੇ ਵਿੱਚ ਜੋ ਕੇਸ ਸੀਗੇ, ਇੱਕ ਦੋ ਕੇਸ ਸੀ, ਉਹਨਾਂ ਦੇ ਲਈ ਹੀ ਇਹ ਜਿਹੜਾ ਰੈੱਡ ਕਾਰਨਰ ਨੋਟਿਸ ਆ ਉਹ ਜਾਰੀ ਕੀਤਾ ਗਿਆ ਕਿਉਂਕਿ ਉਹਨਾਂ ਦੀ ਚਾਰਜ ਸ਼ੀਟ ਜਿਹੜੀ ਆ ਕੋਰਟ ਦੇ ਵਿੱਚ ਦਾਇਰ ਹੋ ਚੁੱਕੀ ਹੈ। ਜਿਹੜਾ ਰੈੱਡ ਕਾਰਨਰ ਨੋਟਿਸ ਆ ਜਾਂ ਰੈੱਡ ਨੋਟਿਸ ਆ ਜਿਹੜਾ, ਇਹਦਾ ਮਤਲਬ ਇਹ ਹੁੰਦਾ ਕਿ ਇੱਕ ਤਰ੍ਹਾਂ ਦੇ ਨਾਲ ਜਾਣਕਾਰੀ ਸਾਂਝੀ ਕਰਨਾ ਕਿ ਇਹ ਇਨਸਾਨ ਸਾਡੇ ਦੇਸ਼ ਦਾ ਇੱਕ ਮੋਸਟ ਵਾਂਟਡ ਹੈ, ਇੱਕ ਵਾਂਟਡ ਫਿਊਜੀਟਿਵ ਕ੍ਰਿਮੀਨਲ ਹੈ। ਇਸੇ ਕਰਕੇ ਉਹ ਜਾਣਕਾਰੀ ਸ਼ੇਅਰ ਕਰਨ ਦੇ ਪੱਖ ਤੋਂ ਹੀ
ਜਿਹੜਾ ਕ੍ਰਿਮੀਨਲ ਹੁੰਦਾ ਹੈ ਉਹਦੀ ਮੈਕਸਿਮਮ ਪੋਸੀਬਲ ਇਨਫੋਰਮੇਸ਼ਨ, ਜਿਵੇਂ ਉਹਦੀ ਆਈਡੈਂਟੀਟੀ ਨੂੰ ਲੈ ਕੇ, ਪਹਿਚਾਣ ਨੂੰ ਲੈ ਕੇ, ਉਹ ਉਸ ਇੰਟਰਪੋਲ ਦੇ ਨਾਲ ਸ਼ੇਅਰ ਕਰਨੀ ਜ਼ਰੂਰੀ ਹੁੰਦੀ ਹੈ। ਜਿਵੇਂ ਕਿ ਹੁਣ ਗੈਂਗਸਟਰ ਟਰਨ ਮਿਲੀਟੈਂਟ ਜਿਹਨੂੰ ਦੱਸਿਆ ਜਾ ਰਿਹਾ ਹਰਿੰਦਰ ਰਿੰਦਾ ਸੰਧੂ ਪਲੱਸ ਨਾਲ ਗੋਲਡੀ ਬਰਾੜ ਦੇ, ਤੁਸੀਂ ਇਹ ਦੇਖ ਸਕਦੇ ਹੋ ਉਹਦੇ ਵਿੱਚ ਉਹਦੀ ਇਨਫੋਰਮੇਸ਼ਨ A to Z, ਹਾਈਟ ਔਰ ਵੇਟ, ਬਾਲਾਂ ਦਾ ਰੰਗ, ਅੱਖਾਂ ਦਾ ਰੰਗ, ਇਹ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਦੇਣੀ ਹੁੰਦੀ ਹੈ ਪਹਿਚਾਣ ਦੇ ਲਈ, ਨਾਲ ਹੀ ਫਿੰਗਰਪ੍ਰਿੰਟਸ ਵੀ। ਪਰ ਭਾਰਤ ਦਾ ਇੱਕ ਸਿਸਟਮ ਇੱਦਾਂ ਦਾ ਜਿਹਦੇ ਵਿੱਚ ਫਿੰਗਰਪ੍ਰਿੰਟਸ ਜਿਹੜੀਆਂ ਆ ਉਹਦਾ ਬਾਲਾ ਕੋਈ ਸਿਸਟਮ ਹੈ ਨਹੀਂ। ਅਦਰਵਾਈਜ਼ ਫਿੰਗਰਪ੍ਰਿੰਟਸ ਜਿਹੜੀਆਂ ਆ ਉਹ ਬਹੁਤ ਹੀ ਹੈਲਪਫੁਲ ਰਹਿੰਦੀਆਂ ਨੇ। ਅਗਰ ਜਿਵੇਂ ਆਪਾਂ ਦੇਖਿਆ ਹੈ ਫੋਰਨ ਕੰਟਰੀਜ਼ ਦਾ, ਜਿਹੜਾ ਯੂਰਪੀਅਨ ਕੰਟਰੀਜ਼ ਆ, ਅਮਰੀਕਨ ਕੰਟਰੀਜ਼ ਆ, ਈਵਨ ਕੈਨੇਡਾ ਆ, ਉੱਥੇ ਬਹੁਤ ਸਟਰੋਂਗ ਜਿਹੜਾ ਸਿਸਟਮ ਆ ਫਿੰਗਰਪ੍ਰਿੰਟਸ ਦਾ, ਇੱਕ ਕੰਪਿਊਟਰ ਦੇ ਵਿੱਚ ਪਾ ਕੇ ਹੀ ਰੈਕੋਗਨਾਈਜ਼ ਕਰ ਲੈਂਦੇ ਆ ਕਿਹਦੇ ਨੇ। ਉਹ ਫੋਟੋ ਤੋਂ ਹੀ, ਇੱਕ ID ਨੰਬਰ ਤੋਂ ਹੀ ਸਾਰਾ ਕੁਝ ਰੈਕੋਗਨਾਈਜ਼ ਕਰ ਸਕਦੇ ਆ। ਸੋ ਇੰਡੀਆ ਦਾ ਜਿਹੜਾ ਫਿੰਗਰਪ੍ਰਿੰਟ ਸਿਸਟਮ ਆ ਉਹ ਇੰਨਾ ਮਜ਼ਬੂਤ ਨਹੀਂ ਹੈਗਾ। ਆਪਣੇ ਜਿਹੜੇ ਕ੍ਰਿਮੀਨਲਸ ਦਾ ਰੈਕਡ ਰੱਖਣ ਵਾਲਾ, ਜਿਹੜਾ ਬਾਇਓਮੈਟ੍ਰਿਕ ਰੈਕਡ ਰੱਖਣ ਵਾਲਾ ਸਿਸਟਮ ਮਜ਼ਬੂਤ ਨਹੀਂ ਹੈ। ਔਰ ਇਹ ਵੀ ਹੋ ਸਕਦਾ ਕਿ ਜਿਹੜੇ ਕ੍ਰਿਮੀਨਲ ਹੈ ਇਹ ਆਪਣਾ ਨਾਮ ਬਦਲ ਕੇ ਜਾਂ ਆਪਣੀ ਆਈਡੈਂਟੀਟੀ ਬਦਲ ਕੇ ਕਿਤੇ ਰਹਿੰਦੇ ਹੋਣ। ਜਿਵੇਂ ਗੋਲਡੀ ਬਰਾੜ ਹੈ, ਗੋਲਡੀ ਬਰਾੜ ਦਾ ਨਾਮ ਹੀ ਆਪਾਂ ਸਾਰੇ ਸੁਣ ਰਹੇ ਹਾਂ, ਪਰ ਅਸਲ ਦੇ ਵਿੱਚ ਉਹਦਾ ਨਾਮ ਸਤਿੰਦਰਜੀਤ ਸਿੰਘ ਹੈ। ਸੋ ਇਹ ਵੀ ਇੱਕ ਬਹੁਤ ਡਿਫਰੈਂਟ ਹੈ ਕਿ ਸਤਿੰਦਰਜੀਤ ਸਿੰਘ ਉਹਦਾ ਰੀਅਲ ਨਾਮ ਹੋਏਗਾ, ਜਿਹਦੇ ਤੋਂ ਉਹਦੇ ਡਾਕੂਮੈਂਟਸ ਐਂਡ ਐਵਰੀਥਿੰਗ ਹੋਏਗੀ। ਇੱਥੇ ਇਹ ਵੀ ਗੱਲ ਕਰਨੀ ਜ਼ਰੂਰੀ ਹੈ ਕਿ ਪੰਜਾਬ ਪੁਲਿਸ ਤੇ CBI ਦੇ ਵਿੱਚ ਆਪਸ ਦੇ ਜਿਹੜੇ ਉਹਨਾਂ ਦੇ ਬਿਆਨ ਆ ਨਾ, ਉਹ ਮੈਚ ਨਹੀਂ ਕਰਦੇ। ਐਵੇਂ ਲੱਗਦਾ ਹੈ ਕਿ ਇੱਕ ਠੰਡੀ ਜੀ ਮਿੱਠੀ ਜੀ ਵਾਰ ਜਾਂ ਇੱਕ ਛੋਟੀ ਜੀ ਬੈਟਲ ਜਿਹੜੀ ਆ ਉਹ ਆਪਸ 'ਚ ਦੋਨਾਂ ਡਿਪਾਰਟਮੈਂਟਾਂ ਦੇ ਵਿੱਚ, ਦੋਨਾਂ ਫੋਰਸਾਂ ਦੇ ਵਿੱਚ ਚੱਲ ਰਹੀ ਹੈ। ਪੰਜਾਬ ਪੁਲਿਸ ਸਭ ਤੋਂ ਪਹਿਲਾਂ 8 ਜੂਨ ਨੂੰ ਇੱਕ ਬਿਆਨ ਜਾਰੀ ਕਰਦੀ ਹੈ, ਨਿਊਜ਼ਪੇਪਰਸ ਦੇ ਵਿੱਚ ਛਪਿਆ ਹੋਇਆ ਸੀ। ਉਹਨਾਂ ਨੇ ਉਹਦੇ ਵਿੱਚ ਇਹ ਗੱਲ ਕਹੀ ਕਿ ਅਸੀਂ ਸਿੱਧੂ ਮੂਸੇਵਾਲਾ ਦੀ ਡੈਥ ਤੋਂ 9 ਜਾਂ 10 ਦਿਨ ਪਹਿਲਾਂ ਹੀ CBI ਨੂੰ ਲਿਖ ਚੁੱਕੇ ਸੀਗੇ ਕਿ ਰੈੱਡ ਨੋਟਿਸ ਜਿਹੜਾ ਉਹ ਗੋਲਡੀ ਬਰਾੜ ਦੇ ਲਈ ਔਰ ਰਿੰਦਾ ਸੰਧੂ ਦੇ ਲਈ ਜਾਰੀ ਕੀਤਾ ਜਾਵੇ। ਪਰ CBI ਦਾ ਉਸ ਤੋਂ ਅਗਲੇ ਦਿਨ ਹੀ ਬਿਆਨ ਆ ਜਾਂਦਾ ਹੈ, ਜਿਹੜੀਆਂ ਪ੍ਰੈਸ ਕਾਨਫਰੰਸਿਸ ਦੇ ਵਿੱਚ ਸਾਡੀਆਂ ਫੋਰਸਾਂ ਜਿਹੜੀਆਂ ਇੱਕ ਦੂਜੇ ਤੇ ਬਲੇਮ ਗੇਰਨ ਦੀਆਂ, ਇੱਕ ਦੂਜੇ ਨੂੰ ਥੱਲੇ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ, ਉਹਦੇ ਵਿੱਚ CBI ਦਾ ਬਿਆਨ ਆਉਂਦਾ ਹੈ ਕਿ ਜਿਹੜਾ ਲੈਟਰ ਸਾਨੂੰ ਪੰਜਾਬ ਪੁਲਿਸ ਕਲੇਮ ਕਰਦੀ ਹੈ ਕਿ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦਾ ਲੈਟਰ ਇਹਨਾਂ ਨੇ 10 ਦਿਨ ਪਹਿਲਾਂ ਹੀ ਭੇਜ ਦਿੱਤਾ ਸੀ, 19 ਮਈ ਨੂੰ ਹੀ ਭੇਜ ਦਿੱਤਾ ਸੀ, ਉਹ ਸਾਨੂੰ ਸਿੱਧੂ ਮੂਸੇਵਾਲੇ ਦੀ ਮੌਤ ਜੋ 29 ਮਈ ਨੂੰ ਹੁੰਦੀ ਹੈ ਉਸ ਤੋਂ ਇੱਕ ਦਿਨ ਬਾਅਦ 30 ਮਈ ਨੂੰ ਈਮੇਲ ਦੇ ਰੂਪ ਦੇ ਵਿੱਚ ਸਾਨੂੰ ਮਿਲਦਾ ਹੈ। ਸੋ ਇੱਕ ਤਰ੍ਹਾਂ ਨਾਲ CBI ਨੇ ਇੱਥੇ ਪੰਜਾਬ ਪੁਲਿਸ ਨੂੰ ਝੂਠਾ ਸਾਬਿਤ ਕਰ ਦਿੱਤਾ। ਇਹ ਗੱਲ ਨੂੰ ਆਪਾਂ ਜ਼ਿਆਦਾ ਨਹੀਂ ਵਧਾਵਾਂਗੇ। ਦੋਨਾਂ ਫੋਰਸਾਂ ਦਾ ਆਪਸ ਦੇ ਵਿੱਚ ਇਕੱਠੇ ਹੋ ਕੇ ਕੰਮ ਕਰਨਾ ਬਹੁਤ ਜ਼ਰੂਰੀ ਹੈ, ਖਾਸ ਤੌਰ ਤੇ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਇੰਟਰਨੈਸ਼ਨਲ ਗੈਂਗ ਜਿਹੜੇ ਆ ਉਹ ਰਨ ਕਰ ਰਹੇ ਆ। ਉਹ ਇੰਟਰਨੈਸ਼ਨਲ ਤਾਕਤਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਭੁਗਤਣਾ ਤਾਂ ਪੰਜਾਬ ਨੂੰ ਹੀ ਅਲਟੀਮੇਟਲੀ ਪੈ ਰਿਹਾ ਨਾ, ਪੰਜਾਬ ਦੇ ਵਿੱਚ ਸ਼ਾਂਤੀ ਜਿਹੜੀ ਆ ਉਹ ਖਰਾਬ ਕਰ ਰਿਹਾ। ਸੋ ਇੱਥੇ ਇੱਕ ਪ੍ਰੈਸ ਕਾਨਫਰੰਸਾਂ ਦੇ ਵਿੱਚ ਆ ਕੇ, ਮੀਡੀਆ ਦੇ ਵਿੱਚ ਆ ਕੇ ਜਿਹੜੀਆਂ ਇਹ ਬੈਟਲਸ, ਛੋਟੀਆਂ ਜਿਹੀਆਂ ਬੈਟਲ CBI ਔਰ ਪੰਜਾਬ ਪੁਲਿਸ ਦੀਆਂ ਚੱਲ ਰਹੀਆਂ, ਇਹ ਵੀ ਬਹੁਤ ਕੇਸਾਂ ਦੀ ਜਿਹੜੀ ਇੰਟੈਰੋਗੇਸ਼ਨ ਆ ਉਹਨੂੰ ਉਹਦੇ ਵਿੱਚ ਹਿੰਡਰੈਂਸ ਕ੍ਰੀਏਟ ਕਰਨਗੀਆਂ। ਹੁਣ ਅਗਰ ਆਪਾਂ ਰਿੰਦਾ ਸੰਧੂ ਦੀ ਗੱਲ ਕਰ ਲਈਏ ਤਾਂ ਰਿੰਦਾ ਸੰਧੂ ਨੇ ਆਲਮੋਸਟ ਮੈਕਸੀਮਮ ਆਫ ਕ੍ਰਾਈਮ ਜਿਹੜੇ ਇੱਦਾਂ ਦੇ ਹੋਏ ਪੰਜਾਬ 'ਚ, ਜਿਹਦੇ ਨਾਲ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਹੋ ਸਕਦੀ ਸੀ ਹੋਰ ਵੀ ਖਰਾਬ। ਜਿਵੇਂ ਕਿ ਹੁਣ ਰੀਸੈਂਟਲੀ ਹੈੱਡਕੁਆਟਰ ਦੇ ਉੱਤੇ ਵੀ ਜਿਹੜਾ ਅਟੈਕ ਹੋਇਆ ਪੰਜਾਬ ਪੁਲਿਸ ਤੇ, ਉਹਦੇ ਵਿੱਚ ਵੀ ਇਹਦਾ ਨਾਮ ਆਉਂਦਾ ਹੀ ਆਉਂਦਾ, ਲਿੰਕ ਆਉਂਦਾ। ਇਸ ਤੋਂ ਇਲਾਵਾ ਨਵਾਂ ਸ਼ਹਿਰ ਦੇ ਵਿੱਚ ਅਟੈਕ ਹੋਇਆ ਸੀ, CIA ਸਟਾਫ ਤੇ ਗ੍ਰਨੇਡ ਹਮਲਾ ਹੋਇਆ ਸੀ, ਹੋਰ ਵੀ ਲੁਧਿਆਣਾ ਕੋਟ ਬਲਾਸਟ ਦੇ ਵਿੱਚ ਵੀ ਇਹਦਾ ਨਾਮ ਆਉਂਦਾ ਸੀ। ਸੋ ਇਸ ਬੰਦੇ ਦੇ ਤਾਂ ਬਹੁਤ ਦੇਰ ਤੋਂ ਜਿਹੜੇ ਨਾਮ ਆ ਉਹ ਬੋਲ ਰਹੇ ਆ। ਇਸ ਤੋਂ ਪਹਿਲਾਂ ਵੀ ਉਹ ਕਈ ਕੇਸਾਂ ਦੇ ਵਿੱਚ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਵੀ ਰਹਿ ਚੁੱਕਾ, ਜੇਲ੍ਹ ਦੇ ਵਿੱਚ ਵੀ ਰਹਿ ਚੁੱਕਾ, ਪਰ ਉਹਦੇ ਤੇ ਬਹੁਤ ਲੇਟ ਹੋ ਗਈ ਪੁਲਿਸ ਚਾਰਜਸ਼ੀਟ ਦਾਇਰ ਕਰਦੇ ਜਾਂ ਚਾਰਜਸ਼ੀਟਾਂ ਦਾਇਰ ਨਹੀਂ ਕਰ ਪਾਈ, ਜਾਂ ਉਹਦੇ ਰੈੱਡ ਕਾਰਨਰ ਨੋਟਿਸ ਜਾਂ ਰੈੱਡ ਨੋਟਿਸ ਇੰਟਰਪੋਲ ਤੋਂ ਲੈਣ ਤੱਕ, CBI ਨੂੰ ਲਿਖਣ ਤੱਕ ਕਾਮਯਾਬ ਨਹੀਂ ਹੋ ਪਾਈ। ਕਿਤੇ ਨਾ ਕਿਤੇ ਐਵੇਂ ਲੱਗਦਾ ਹੈ ਕਿ ਪੰਜਾਬ ਪੁਲਿਸ ਡਿਲੇ ਕਰ ਰਹੀ ਹੈ, ਬਹੁਤ ਚੀਜ਼ਾਂ ਨੂੰ ਡਿਲੇ ਕਰ ਰਹੀ ਹੈ। ਇਹਦੇ ਪਿਛਲੇ ਕਾਰਨ ਕੀ ਨੇ ਇਹ ਤਾਂ DGP ਸਾਹਿਬ ਹੀ ਦੱਸ ਸਕਦੇ ਆ, ਪੰਜਾਬ ਪੁਲਿਸ ਹੀ ਦੱਸ ਸਕਦੀ ਆ, ਪਰ ਪੰਜਾਬ ਪੁਲਿਸ ਇੱਦਾਂ ਲੱਗ ਰਿਹਾ ਹੈ ਕਿ ਆਪਣੇ ਕੇਸਿਸ ਦੇ ਡਿਲੇ ਦਾ ਜਿਹੜਾ ਬਲੇਮ ਆ ਉਹ ਵੀ ਫਰਦਰ ਇੱਕ ਸੈਂਟਰਲ ਏਜੰਸੀ CBI ਦੇ ਉੱਪਰ ਗੇਰਨ ਦੀ ਕੋਸ਼ਿਸ਼ ਆ। ਇਹਦੇ ਵਿਚਲੇ ਹਿਡਨ ਜਿਹੜੇ ਹੋਰ ਏਜੰਡਾਜ਼ ਜਾਂ ਪ੍ਰੋਪੇਗੈਂਡਾਜ਼ ਕੀ ਹੋ ਸਕਦੇ ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ, ਪਰ ਆਪਾਂ ਨੂੰ ਉਮੀਦ ਇਹ ਹੈ ਕਿ ਜਿਹੜੀ ਆਪਣੀ ਪੁਲਿਸ ਫੋਰਸ ਹੈ, ਜਿਹੜੀਆਂ ਇੱਦਾਂ ਦੀਆਂ ਐਕਟੀਵਿਟੀਜ਼ ਹੁੰਦੀਆਂ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਆ, ਇਹੋ ਜਿਹੀਆਂ ਜਿਹੜੇ ਹੈਪਨਿੰਗਸ ਹੁੰਦੀਆਂ ਇਹਨਾਂ ਨੂੰ ਰੋਕਣ 'ਚ ਕਾਮਯਾਬ ਹੋਵੇ। ਔਰ ਜਿਹੜੇ ਪੁਰਾਣੇ ਕੇਸ ਪਏ ਨੇ ਜਿਨ੍ਹਾਂ ਦੇ ਵਿੱਚ ਇਹ ਸਾਰੇ ਕ੍ਰਿਮੀਨਲਸ ਦੇ ਨਾਮ ਬੋਲਦੇ ਨੇ ਉਹਨਾਂ ਨੂੰ ਟੈਕਲ ਕਰੇ, ਔਰ ਜਲਦੀ ਇਹ ਜਿਹੜੇ ਲੋਕ ਬੈਠੇ ਹੋਏ ਨੇ ਕੈਨੇਡਾ ਦੇ ਵਿੱਚ ਜਾਂ ਹੋਰ
ਹੋਰ ਜਿਹੜੇ ਦੇਸ਼ਾਂ ਦੇ ਵਿੱਚ ਜਾ ਕੇ ਪੰਜਾਬ ਦੇ ਉੱਤੇ ਅੱਖ ਰੱਖੀ ਬੈਠੇ ਨੇ ਔਰ ਪੰਜਾਬ 'ਚ ਕ੍ਰਾਈਮ ਕਰ ਰਹੇ ਨੇ ਉਹਨਾਂ ਨੂੰ ਕੰਟਰੋਲ ਕਰੇ। ਹੁਣ ਅੱਗੇ ਇਹੀ ਦੇਖਣਾ ਹੋਊਗਾ ਕਿ ਕਦੋਂ ਪੰਜਾਬ ਪੁਲਿਸ ਦੇ ਹੱਥ ਲੱਗਦੇ ਨੇ ਇਹ ਜਿਹੜੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਕ੍ਰਿਮੀਨਲ ਕਹਿ ਰਹੀ ਹੈ ਕਿ ਇਹਨਾਂ ਦਾ ਸਿੱਧਾ ਹੱਥ ਹੈ ਸਾਰੇ ਕਈ ਕੇਸਾਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਹੋਇਆ, ਕਦੋਂ ਇਹ ਪੁਲਿਸ ਦੇ ਹੱਥ ਲੱਗਦੇ ਨੇ ਔਰ ਕਦੋਂ ਪੁਲਿਸ ਇਹਨਾਂ ਤੋਂ ਪੁੱਛ ਪੜਤਾਲ ਕਰਦੀ ਹੈ, ਇੰਟੈਰੋਗੇਟ ਕਰਦੀ ਹੈ। ਇਸ ਤੋਂ ਇਲਾਵਾ ਲਾਰੈਂਸ ਬਿਸ਼ਨੋਈ ਵੀ ਜਿਹੜਾ ਇੰਡੀਆ ਦੇ ਵਿੱਚ ਹੀ ਹੈ, ਜਿਹੜਾ ਪੁਲਿਸ ਦੀ ਆਪਣੀ ਕਸਟਡੀ ਦੇ ਵਿੱਚ ਹੀ ਆ, ਉਹਦੀ ਵੀ ਹਜੇ ਤੱਕ ਜਿਹੜਾ ਇੱਕ ਆਪਾਂ ਕਹਿ ਸਕਦੇ ਹਾਂ ਵੀ ਪੁੱਛਤਾਛ ਕਰਨ ਦੇ ਲਈ ਲਾਰੈਂਸ ਨੂੰ ਹਜੇ ਤੱਕ ਪੰਜਾਬ ਪੁਲਿਸ ਦੇ ਕੋਲ ਨਹੀਂ ਉਹਦੀ ਇੰਟੈਰੋਗੇਸ਼ਨ ਪੋਸੀਬਲ ਹੋਈ। ਪਰ ਇਹ ਜਿਹੜਾ ਰੈੱਡ ਨੋਟਿਸ ਆ ਇਸ ਤੋਂ ਅਗਲੀ ਕਾਰਵਾਈ ਮਤਲਬ ਕਿ ਇਹ ਫਿਊਜੀਟਿਵ ਕ੍ਰਿਮੀਨਲਸ ਨੂੰ ਲੈ ਕੇ ਆਉਣਾ, ਅਰੈਸਟ ਕਰਵਾਉਣਾ ਔਰ ਅਰੈਸਟ ਕਰਵਾ ਕੇ ਐਕਸਟ੍ਰਾਡਾਈਟ ਕਰਕੇ ਇੰਡੀਆ ਲੈ ਕੇ ਆਉਣਾ ਇੱਕ ਬਹੁਤ ਵੱਡਾ ਚੈਲੰਜ ਹੈ ਪੰਜਾਬ ਪੁਲਿਸ ਲਈ, CBI ਲਈ ਔਰ ਇੰਡੀਆ ਦੀ ਡਿਪਲੋਮੈਸੀ ਦੇ ਲਈ। ਥੈਂਕ ਯੂ ਸੋ ਮਚ ਫॉर ਵਾਚਿੰਗ।